ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਦੋ ਕਥਾਵਾਂ ਦੱਸਣ ਜਾ ਰਹੇ ਹਾਂ ਜੋ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਸੁਣਾਈਆਂ। ਬਾਬਾ ਸ਼੍ਰੀ ਚੰਦ ਜੀ ਹਰਿਦੁਆਰ ਵਿੱਚ ਬਿਰਾਜਮਾਨ ਸਨ। ਦੂਰੋਂ ਦੂਰੋਂ ਸੰਗਤਾਂ ਬਾਬਾ ਸ਼੍ਰੀ ਚੰਦ ਜੀ ਦਾ ਉਪਦੇਸ਼ ਸੁਣ ਆ ਰਹੀਆਂ ਸਨ। ਸਾਰੇ ਸ਼ਹਿਰ ਵਿੱਚ ਇਹ ਸਮਾਚਾਰ ਫੈਲ ਗਿਆ ਕਿ ਪੰਜਾਬ ਤੋਂ ਬਾਲ ਬ੍ਰਹਮਚਾਰੀ ਜੋਗੀ ਰਾਜ ਆਏ ਹੋਏ ਹਨ, ਜੋ ਧਰਮ ਦਾ ਉਪਦੇਸ਼ ਸਤ ਮਾਰਗ ਵਿਖਾਉਂਦੇ ਹਨ। ਅੱਜ ਤੀਸਰਾ ਦਿਨ ਹੈ। ਭਗਵਾਨ ਜੀ ਬੋਲੇ, ਜਗਿਆਸੀਓ, ਆਪ ਜੀ ਨੂੰ 53 ਬਾਣੀਏ ਦੀ ਕਥਾ ਸੁਣਾਉਂਦੇ ਹਾਂ। ਇੱਕ ਬਾਣੀਆ ਬਹੁਤ ਜ਼ਿਆਦਾ ਕੰਜੂਸ ਸੀ। ਉਸਨੇ ਬਹੁਤ ਜ਼ਿਆਦਾ ਧਨ ਇਕੱਠਾ ਕਰ ਲਿਆ ਸੀ। ਇੱਕ ਦਿਨ ਉਹ ਪ੍ਰਦੇਸ਼ ਵਿੱਚ ਧਨ ਇਕੱਠਾ ਕਰਨ ਗਿਆ। ਬਹੁਤ ਜ਼ਿਆਦਾ ਧਨ ਇਕੱਠਾ ਕਰ ਲਿਆ। ਜਦੋਂ ਘਰ ਆਉਣ ਲੱਗਾ, ਉਹ ਇੰਨਾ ਜ਼ਿਆਦਾ ਕੰਜੂਸ ਸੀ ਕਿ ਉਸਨੇ ਆਪਣੇ ਨਾਲ ਕੋਈ ਵੀ ਸਾਥੀ ਨਹੀਂ ਰੱਖਿਆ ਹੋਇਆ ਸੀ, ਕਿਉਂਕਿ ਉਸ ਨੂੰ ਵੀ ਕੁਝ ਪੈਸੇ ਦੇਣੇ ਪੈਣੇ ਸਨ। ਜਦੋਂ ਬਾਣੀਆ ਘਰ ਵਾਪਸ ਆਉਣ ਲੱਗਾ ਤਾਂ ਚੋਰਾਂ ਨੂੰ ਪਤਾ ਲੱਗ ਗਿਆ ਕਿ ਇਸ ਕੋਲ ਬਹੁਤ ਜ਼ਿਆਦਾ ਧਨ ਹੈ। 53 ਬਾਣੀਆਂ ਦੇ ਪਿੱਛੇ ਚੋਰ ਲੱਗ ਗਏ। ਉਸ ਪਾਸੋਂ ਧਨ ਖੋਹਣ ਲਈ ਉਹ ਜੁਗਤਾਂ ਬਣਾਉਣ ਲੱਗ ਪਏ। ਚੋਰਾਂ ਨੇ ਆਪਣੇ ਆਪ ਨੂੰ 2 ਹਿੱਸਿਆਂ ਵਿੱਚ ਵੰਡ ਲਿਆ। ਇੱਕ ਜੰਗਲ ਵਿੱਚ ਜਾ ਪਹੁੰਚਿਆ। ਇੱਕ ਬਾਣੀਏ ਦੇ ਪਿੱਛੇ ਚੱਲ ਪਿਆ। ਜਦ ਬਾਣੀਆ ਸ਼ਹਿਰ ਤੋਂ ਬਾਹਰ ਨਿਕਲਿਆ ਤਾਂ ਉਸਨੇ ਰਸਤਾ ਪੁੱਛਿਆ। ਤਦ ਚੋਰਾਂ ਨੇ ਗਲਤ ਰਸਤਾ ਦੱਸ ਦਿੱਤਾ ਜੋ ਜੰਗਲ ਨੂੰ ਜਾਂਦਾ ਸੀ। ਬਾਣੀਆ ਜੰਗਲ ਨੂੰ ਤੁਰ ਪਿਆ। ਉਹ ਬਹੁਤ ਹੀ ਭਿਆਨਕ ਜੰਗਲ ਸੀ। ਥੋੜੀ ਦੇਰ ਉਪਰੰਤ ਬਾਣੀਆ ਜੰਗਲ ਵਿੱਚ ਜਾ ਪਹੁੰਚਿਆ, ਜਿੱਥੇ ਸ਼ੇਰ ਦੀ ਅਤੇ ਹਾਥੀ ਦੀ ਗਰਜਨਾ ਸੁਣਾਈ ਦੇ ਰਹੀ ਸੀ। ਬਾਣੀਏ ਨੂੰ ਆਪਣੀ ਜਾਨ ਦਾ ਖੌਫ ਪੈ ਗਿਆ। ਥੋੜੀ ਦੂਰ ਜਾ ਕੇ ਡਾਕੂ ਮਿਲ ਪਏ। ਡਾਕੂਆਂ ਨੇ ਬਾਣੀਏ ਦਾ ਸਾਰਾ ਧਨ ਲੁੱਟ ਲਿਆ ਅਤੇ ਬਾਣੀਆ ਬਹੁਤ ਜ਼ਿਆਦਾ ਦੁਖੀ ਹੋਇਆ ਅਤੇ ਸੋਚਾਂ ਵਿੱਚ ਪੈ ਗਿਆ ਕਿ ਧਨ ਤਾਂ ਗਿਆ, ਹੁਣ ਜਾਨ ਇਹਨਾਂ ਰਾਖਸ਼ਾਂ ਤੋਂ ਕਿਵੇਂ ਬਚਾਵਾਂ। ਉਹ ਜੰਗਲ ਵਿੱਚ ਭਟਕ ਰਿਹਾ ਸੀ। ਕਿਧਰੇ ਜੰਗਲ ਨੂੰ ਅੱਗ ਲੱਗ ਗਈ। ਉਧਰੋਂ ਇੱਕ ਸ਼ੇਰ ਨਿਕਲ ਆਇਆ, ਜਿਸ ਨੂੰ ਦੇਖ ਕੇ ਬਾਣੀਆ ਡਰ ਗਿਆ। 53 ਬਾਣੀਆ ਹੁਣ ਬਹੁਤ ਜ਼ਿਆਦਾ ਡਰਿਆ ਹੋਇਆ ਸੀ। ਉਹ ਦੌੜਦਾ ਦੌੜਦਾ ਖੂਹ ਵਿੱਚ ਜਾ ਡਿੱਗਾ, ਮਗਰ ਉਸ ਦੇ ਪਿੱਛੇ ਸ਼ੇਰ ਪੈ ਗਿਆ ਸੀ। ਉਹ ਦੌੜਦਾ ਹੋਇਆ ਜਾ ਕੇ ਖੂਹ ਵਿੱਚ ਜਾ ਡਿੱਗਾ। ਜਦੋਂ ਖੂਹ ਵਿੱਚ ਡਿੱਗਣ ਲੱਗਾ ਤਾਂ ਉਸਨੇ ਦਰਖਤ ਦੀਆਂ ਜੜ੍ਹਾਂ ਫੜ ਲਈਆਂ। ਉਹ ਦਰਖਤ ਖੂਹ ਦੇ ਕੰਢੇ ਉੱਤੇ ਉੱਗਿਆ ਹੋਇਆ ਸੀ। ਉਹ ਜਦੋਂ ਉੱਤੇ ਚੜ੍ਹਨ ਲੱਗਾ ਤਾਂ ਸਾਹਮਣੇ ਸ਼ੇਰ ਖੜਾ ਸੀ। ਹੇਠਾਂ ਦੇਖਿਆ ਤਾਂ ਹੇਠਾਂ ਸੱਪ ਮੂੰਹ ਅੱਡੀ ਖੜਾ ਸੀ। ਉਸਨੇ ਦੇਖਿਆ ਅਚਾਨਕ 2 ਚੂਹੇ, ਇੱਕ ਚੂਹੇ ਦਾ ਰੰਗ ਸਫੇਦ ਅਤੇ ਦੂਸਰੇ ਚੂਹੇ ਦਾ ਰੰਗ ਕਾਲਾ ਸੀ। ਉਹ ਬੋਹੜ ਦੀਆਂ ਜੜ੍ਹਾਂ ਨੂੰ ਕੁਤਰਨ ਲੱਗ ਪਏ। ਬਾਣੀਏ ਨੂੰ ਡਰ ਲੱਗਣ ਲੱਗ ਪਿਆ ਕਿ ਜੇ ਜੜ੍ਹਾਂ ਉਹਨਾਂ ਨੇ ਕੁਤਰ ਦਿੱਤੀਆਂ ਤਾਂ ਉਹ ਹੇਠਾਂ ਡਿੱਗ ਪਵੇਗਾ ਅਤੇ ਸੱਪ ਨਿਗਲ ਲਵੇਗਾ। ਇਹ 53 ਡਰਿਆ ਉੱਪਰ ਨੂੰ ਦੇਖ ਰਿਹਾ ਸੀ। ਉੱਪਰ ਸ਼ੇਰ ਬੈਠਾ ਹੋਇਆ ਸੀ, ਹੇਠਾਂ ਸੱਪ ਨੇ ਮੂੰਹ ਅੱਡਿਆ ਹੋਇਆ ਸੀ। 53 ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਉਸ ਨੂੰ ਰਾਮ ਰਾਮ ਦਾ ਨਾਮ ਚੇਤੇ ਆਉਣ ਲੱਗਾ। ਉਸੇ ਸਮੇਂ ਬੋਹੜ ਉੱਤੇ ਸ਼ਹਿਦ ਦਾ ਸੱਜਾ ਲੱਗਾ ਹੋਇਆ ਸੀ। ਉਸ ਸੱਜੇ ਤੋਂ ਸ਼ਹਿਦ ਦੀਆਂ ਬੂੰਦਾਂ ਡਿੱਗ ਡਿੱਗ ਕੇ ਉਸਦੇ ਮੂੰਹ ਵਿੱਚ ਪੈਣ ਲੱਗ ਪਈਆਂ। ਬਾਣੀਏ ਨੂੰ ਮੌਤ ਦਾ ਡਰ ਭੁੱਲ ਗਿਆ, ਰਾਮ ਰਾਮ ਦਾ ਨਾਮ ਭੁੱਲ ਗਿਆ। ਉਸ ਨੂੰ ਹੁਣ ਸ਼ਹਿਦ ਦਾ ਸਵਾਦ ਆਉਣ ਲੱਗ ਪਿਆ। ਉਹ ਸ਼ਹਿਦ ਦੇ ਸਵਾਦ ਵਿੱਚ ਖੋ ਗਿਆ। ਬਾਣੀਆ ਖੂਹ ਵਿੱਚ ਡਿੱਗ ਪਿਆ ਅਤੇ ਮਰ ਗਿਆ। ਸੱਪ ਨੇ ਨਿਗਲ ਲਿਆ। 53 ਬਾਣੀਏ ਦੀ ਮੌਤ ਹੋ ਗਈ।
ਇਹ ਜੀਵ ਅਗਿਆਨਤਾ ਵਸ ਹੋ ਕੇ ਕਈ ਤਰ੍ਹਾਂ ਦੇ ਝੂਠ ਬੋਲ ਕੇ ਧਨ ਇਕੱਠਾ ਕਰਦਾ ਹੈ ਅਤੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੈ। ਕੁਟੁੰਬ ਦੇ ਲੋਕ ਇੱਛਾ ਰੱਖਦੇ ਹਨ, ਧਨ ਇਕੱਠਾ ਕਰਦੇ ਹਨ, ਇੱਕ ਘੜੀ ਭਗਵਾਨ ਦਾ ਸਿਮਰਨ ਨਹੀਂ ਕਰਦੇ। ਜੇਕਰ ਉਸਨੂੰ ਕਿਹਾ ਜਾਵੇ ਕਿ ਭਜਨ ਕਰੋ ਤਾਂ ਪੁਰਸ਼ ਕਹਿੰਦਾ ਹੈ ਕਿ ਮੈਨੂੰ ਵਿਹਲ ਨਹੀਂ ਹੈ। ਇਸ ਤਰ੍ਹਾਂ ਪੁਰਸ਼ ਖਪਦਾ ਰਹਿੰਦਾ ਹੈ ਅਤੇ ਮਰ ਜਾਂਦਾ ਹੈ। ਇਸ ਪੁਰਸ਼ ਨੂੰ ਬਾਣੀਏ ਦੀ ਇੱਕ ਨਿਆਈ ਸਮਝੋ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਚੋਰ ਹਨ ਜੋ ਜੀਵ ਦੇ ਮਗਰ ਲੱਗੇ ਹੋਏ ਹਨ। ਦੋ ਚੂਹੇ ਰਾਤ ਦਿਨ ਸਮਝੋ। ਚਿੱਟਾ ਚੂਹਾ ਦਿਨ ਅਤੇ ਕਾਲਾ ਚੂਹਾ ਰਾਤ ਹੈ ਜੋ ਪੁਰਸ਼ ਦੀ ਉਮਰ ਨੂੰ ਕੁਤਰ ਰਹੇ ਹਨ। ਇਹ ਦੋਵੇਂ ਚੂਹੇ ਦਿਨ ਰਾਤ ਮਨੁੱਖ ਦੀ ਉਮਰ ਖਤਮ ਕਰ ਰਹੇ ਹਨ। ਇਹ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਦੁਰਲਭ ਜੀਵਨ ਵਿਅਰਥ ਗਵਾ ਰਿਹਾ ਹੈ। ਭਗਵਾਨ ਬਾਬਾ ਜੀ ਨੇ ਕਿਹਾ ਕਿ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਕੇ ਪੁਰਸ਼ ਨੂੰ ਸਿਮਰਨ ਕਰਨਾ ਚਾਹੀਦਾ ਹੈ। ਸਾਧੂ ਮਹਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ, ਤੀਰਥ ਯਾਤਰਾ ਕਰਨੀ ਚਾਹੀਦੀ ਹੈ, ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਦੇ ਸਹਾਰੇ ਲੋਕ ਪਰਲੋਕ ਸਫਲ ਹੋ ਜਾਵੇਗਾ ਅਤੇ ਜੀਵਨ ਸਫਲ ਹੋਵੇਗਾ। ਇਹ ਗੱਲ ਸੁਣ ਕੇ ਇੱਕ ਭਗਤ ਹੱਥ ਜੋੜ ਕੇ ਬਾਬਾ ਸ਼੍ਰੀ ਚੰਦ ਜੀ ਦੇ ਸਾਹਮਣੇ ਖੜਾ ਹੋ ਗਿਆ ਤੇ ਬੇਨਤੀ ਕੀਤੀ ਕਿ ਮਹਾਰਾਜ, ਮਨੁੱਖ ਦਾ ਧਰਮ ਕੀ ਹੈ? ਜਿਸ ਧਰਮ ਦੇ ਆਸਰੇ ਇਹ ਜੀਵ ਨਰਕਾਂ ਤੋਂ ਛੁਟਕਾਰਾ ਪਾ ਕੇ ਬੈਕੁੰਠ ਧਰਮ ਦੀ ਪ੍ਰਾਪਤੀ ਕਰ ਸਕੇ, ਬੈਕੁੰਠ ਭਾਵ ਸਵਰਗ ਨੂੰ ਜਾ ਸਕੇ। ਇਹ ਪ੍ਰਸ਼ਨ ਸੁਣ ਕੇ ਬਾਬਾ ਜੀ ਬੋਲੇ, ਹੇ ਜਗਿਆਸੂਓ, ਮਨੁੱਖ ਦਾ ਧਰਮ ਹੈ ਕਿ ਜੋ ਦੁਖੀ ਹੋਵੇ ਉਸ ਨੂੰ ਸਹਾਰਾ ਦੇਵੋ, ਜੋ ਦੁਖੀ ਹੋ ਕੇ ਸ਼ਰਨ ਵਿੱਚ ਆਵੇ ਉਸ ਦੀ ਰੱਖਿਆ ਕਰਨੀ ਪਰਮ ਧਰਮ ਹੈ ਅਤੇ ਇਤਿਹਾਦਿਕ ਭਾਵ ਸ਼ੁਭ ਕਰਮ ਕਰਨ ਜੀਵ ਦਾ ਧਰਮ ਹੈ। ਸ਼ਰਨ ਵਿੱਚ ਆਏ ਦੀ ਰੱਖਿਆ ਕਰਨ ਦਾ ਧਰਮ ਰਾਜਾ ਸਿਵੀ ਨੇ ਨਿਭਾਇਆ ਸੀ। ਬਾਬਾ ਸ਼੍ਰੀ ਚੰਦ ਜੀ ਨੇ ਦੂਸਰੀ ਕਥਾ ਆਰੰਭ ਕੀਤੀ। ਰਾਜਾ ਬਹੁਤ ਜ਼ਿਆਦਾ ਧਰਮਾਤਮਾ ਸੀ, ਗਊ ਗਰੀਬ ਦੀ ਰੱਖਿਆ ਕਰਦਾ ਸੀ। ਉਸ ਨੂੰ ਲੋਕੀ ਧਰਮੀ ਰਾਜਾ ਕਹਿੰਦੇ ਸਨ। ਇੱਕ ਦਿਨ ਇੰਦਰ ਅਤੇ ਅਗਨ ਦੇਵਤਾ ਨੇ ਵਿਚਾਰ ਕੀਤਾ ਕਿ ਸਿਵੀ ਰਾਜੇ ਦੀ ਪ੍ਰੀਖਿਆ ਲਈ ਜਾਵੇ। ਤਦ ਉਹ ਦੋਵੇਂ ਰਾਜੇ ਦੀ ਨਗਰੀ ਆ ਗਏ ਅਤੇ ਦੋਵਾਂ ਨੇ ਆਪਣਾ ਰੂਪ ਬਦਲ ਲਿਆ। ਅਗਨ ਦੇਵਤਾ ਕਬੂਤਰ ਬਣ ਕੇ ਉਸ ਪਾਸ ਗਏ ਅਤੇ ਇੰਦਰ ਬਾਜ ਬਣ ਕੇ ਸਾਹਮਣੇ ਖੜਾ ਹੋ ਗਿਆ। ਇੰਦਰ ਨੇ ਜੋ ਬਾਜ ਦਾ ਰੂਪ ਧਾਰਨ ਕੀਤਾ ਹੋਇਆ ਸੀ, ਰਾਜੇ ਪ੍ਰਤੀ ਕਿਹਾ ਕਿ ਇਹ ਕਬੂਤਰ ਮੇਰਾ ਭੋਜਨ ਹੈ, ਇਸ ਨੂੰ ਤਿਆਗ ਦਿਓ ਅਤੇ ਮੈਨੂੰ ਭੁੱਖ ਬੁਝਾਉਣ ਲਈ ਦਿਓ। ਤਦ ਰਾਜੇ ਨੇ ਕਿਹਾ ਕਿ ਮੇਰਾ ਧਰਮ ਹੈ, ਜੋ ਮੇਰੀ ਸ਼ਰਨ ਵਿੱਚ ਆਉਂਦਾ ਹੈ ਮੈਂ ਉਸ ਦੀ ਰੱਖਿਆ ਕਰਦਾ ਹਾਂ। ਇਸ ਵਾਸਤੇ ਮੈਂ ਇਸ ਨੂੰ ਤੇਰੇ ਹਵਾਲੇ ਨਹੀਂ ਕਰਦਾ। ਤਦ ਬਾਜ ਨੇ ਕਿਹਾ, ਦੂਸਰੇ ਦਾ ਭੋਜਨ ਖੋ ਕੇ ਰੱਖ ਲੈਣਾ ਪਾਪ ਹੈ, ਇਹ ਸ਼ਾਸਤਰਾਂ ਦੇ ਵਿਰੁੱਧ ਹੈ। ਤਦ ਰਾਜੇ ਨੇ ਕਿਹਾ ਕਿ ਮੇਰੇ ਪਾਸੋਂ ਬੱਕਰੇ ਦਾ ਮਾਸ ਲੈ ਲਵੋ, ਮੈਂ ਆਪ ਦੀ ਭੁੱਖ ਲਾ ਦੇਵਾਂਗਾ। ਤਦ ਬਾਜ ਨੇ ਕਿਹਾ ਕਿ ਅਗਰ ਆਪ ਧਰਮਾਤਮਾ ਹੋ ਤਾਂ ਬਾਕੀ ਜਾਨਵਰਾਂ ਦਾ ਮਾਸ ਕਿਉਂ ਦਿੰਦੇ ਹੋ? ਜਾਨਵਰ ਵੀ ਤਾਂ ਆਪ ਜੈਸੇ ਜੀਵ ਹਨ, ਉਹਨਾਂ ਨੂੰ ਜੀਣ ਦਾ ਕਿਉਂ ਹੱਕ ਨਹੀਂ ਦਿੰਦੇ? ਜੇ ਤੁਸੀਂ ਧਰਮੀ ਹੋ ਤਾਂ ਆਪਣੇ ਸਰੀਰ ਵਿੱਚੋਂ ਕਬੂਤਰ ਦੇ ਬਰਾਬਰ ਮਾਸ ਕੱਟ ਕੇ ਮੈਨੂੰ ਦਿਓ, ਭੁੱਖ ਲਾ ਲਵਾਂਗਾ। ਤਦ ਰਾਜੇ ਨੇ ਆਪਣੀ ਸੱਜੀ ਲੱਤ ਦੇ ਪੱਟ ਦਾ ਮਾਸ ਕੱਟ ਕੇ ਕਬੂਤਰ ਦੇ ਬਰਾਬਰ ਪਾਇਆ ਤੇ ਕਬੂਤਰ ਦਾ ਭਾਰ ਤੋਲ ਕੇ ਦੇਣ ਦੀ ਕੋਸ਼ਿਸ਼ ਕੀਤੀ, ਪਰ ਰਾਜੇ ਦੇ ਮਾਸ ਦਾ ਭਾਰ ਘੱਟ ਸੀ। ਦੂਸਰੇ ਪੱਟ ਦਾ ਮਾਸ ਕੱਟ ਕੇ ਫਿਰ ਤੋਲਣ ਲਈ ਪਾਇਆ, ਫਿਰ ਵੀ ਘੱਟ ਸੀ।
इस तरह सारे शरीर चों मास पाया पर तां भी घट निकलिया। अखीर राजे ने कहा, मेरा शरीर तां घट पै रहा है। उसने कहा कि मैं अपना सीस कट के दे दिंदा हां, कबूतर दे बराबर हो जावेगा। ਇਹ ਕਹਿ ਕੇ ਰਾਜਾ ਆਪਣਾ ਸਿਰ ਕੱਟਣ ਲੱਗਾ ਤਾਂ ਦੋਵੇਂ ਦੇਵਤਾ ਪ੍ਰਤੱਖ ਹੋ ਕੇ ਸਾਹਮਣੇ ਆ ਗਏ ਅਤੇ ਕਹਿਣ ਲੱਗੇ ਕਿ ਹੇ ਰਾਜਨ, ਅਸੀਂ ਤੇਰਾ ਧਰਮ ਦੇਖਣ ਆਏ ਸਾਂ ਕਿ ਰਾਜਾ ਕਿਸ ਹੱਦ ਤੱਕ ਧਰਮ ਦੀ ਪਾਲਣਾ ਕਰਦਾ ਹੈ। ਰਾਜੇ ਨੇ ਆਪਣਾ ਸਰੀਰ ਵੀ ਅਰਪਣ ਕਰ ਦਿੱਤਾ, ਮਗਰ ਧਰਮ ਨੂੰ ਆਂਚ ਨਹੀਂ ਆਣ ਦਿੱਤੀ। ਅਸੀਂ ਬੜੇ ਪ੍ਰਸੰਨ ਹੋਏ ਹਾਂ, ਵਰ ਮੰਗੋ। ਕੀ ਵਰ ਮੰਗਦੇ ਹੋ? ਤਦ ਰਾਜੇ ਨੇ ਕਿਹਾ ਕਿ ਮੇਰਾ ਚਿੱਤ ਭਗਵਾਨ ਦੇ ਚਰਨਾਂ ਵਿੱਚ ਜੁੜਿਆ ਰਹੇ ਅਤੇ ਮੈਂ ਆਪਣਾ ਧਰਮ ਵਿੱਚ ਜੁੜਿਆ ਰਹਾਂ ਤੇ ਪਰਪੱਕ ਰਹਾਂ। ਵੱਡੀ ਤੋਂ ਵੱਡੀ ਆਪੱਤੀ ਆਉਣ ਤੇ ਵੀ ਮੇਰਾ ਮਨ ਧਰਮ ਤੋਂ ਪਾਸੇ ਨਾ ਜਾਵੇ। ਤਦ ਦੋਵਾਂ ਦੇਵਤਿਆਂ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਆਪ ਸੰਸਾਰ ਉੱਤੇ ਸੁੱਖ ਭੋਗੋਗੇ ਅਤੇ ਸੰਸਾਰ ਤੋਂ ਬਾਅਦ ਵੀ ਸੁੱਖ ਭੋਗੋਗੇ। ਜੋਗੀ ਰਾਜ ਨੇ ਕਿਹਾ, ਜਿਸ ਤਰ੍ਹਾਂ ਰਾਜੇ ਨੇ ਆਪਣਾ ਪ੍ਰਣ ਨਿਭਾਇਆ, ਉਸੇ ਤਰ੍ਹਾਂ ਸਾਰਿਆਂ ਨੂੰ ਆਪਣਾ ਪ੍ਰਣ ਨਿਭਾਉਣਾ ਚਾਹੀਦਾ ਹੈ। ਧਰਮ ਤੋਂ ਦੂਰ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਹਰ ਪ੍ਰਾਣੀ ਦਾ ਧਰਮ ਹੈ ਕਿ ਉਹ ਸਦਾ ਅਡੋਲ ਰਹਿ ਕੇ ਧਰਮ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ ਲੋਕ ਪਰਲੋਕ ਦੋਵੇਂ ਉਜਲ ਹੋ ਜਾਂਦੇ ਹਨ, ਭਾਵ ਸਵਰ ਜਾਂਦੇ ਹਨ। ਸੰਗਤਾਂ ਇਹ ਸੁਣ ਕੇ ਬੜੀਆਂ ਪ੍ਰਸੰਨ ਹੋਈਆਂ। ਧੰਨ ਧੰਨ ਦੀ ਆਵਾਜ਼ ਆਕਾਸ਼ ਵਿੱਚ ਗੂੰਜ ਉੱਠੀ। ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕਰਕੇ ਲੋਕ ਆਪਣੇ ਘਰਾਂ ਨੂੰ ਤੁਰ ਪਏ। ਬਾਬਾ ਸ਼੍ਰੀ ਚੰਦ ਜੀ ਨੇ ਸਾਰਿਆਂ ਨੂੰ ਸਿੱਧੇ ਰਸਤੇ ਪਾਇਆ ਅਤੇ ਧਰਮ ਦਾ ਉਪਦੇਸ਼ ਦਿੱਤਾ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਜੋ ਸੱਚੇ ਮਨ ਨਾਲ ਪਰਮਾਤਮਾ ਦਾ ਨਾਮ ਲੈਂਦਾ ਹੈ, ਉਸ ਦੇ ਪ੍ਰਭੂ ਅੰਗ ਸੰਗ ਸਹਾਈ ਹੁੰਦੇ ਹਨ ਅਤੇ ਹਰ ਸੰਕਟ ਤੋਂ ਰਕਸ਼ਾ ਕਰਦੇ ਹਨ। ਅਤੇ ਭਗਵਾਨ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ, ਸੱਚੇ ਮਨ ਨਾਲ ਅਰਦਾਸ ਕਰੋ। ਭਗਵਾਨ ਜੀ ਸਭ ਦੀ ਰੱਖਿਆ ਕਰਦੇ ਹਨ ਅਤੇ ਸੁੱਖ ਸ਼ਾਂਤੀ ਜੀਵਨ ਵਿੱਚ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।